ਸਤਿ ਸ਼੍ਰੀ ਅਕਾਲ ਜੀ। ਜੀਕੇ ਪੰਜਾਬੀ ਕਹਾਣੀਆਂ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ। ਲੈ ਕੇ ਆਏ ਹਾਂ ਜੀ ਅੱਜ ਦੀ ਨਵੀਂ ਕਹਾਣੀ। ਮੇਰੀ ਗਰਭਵਤੀ ਭੈਣ ਸੀ। ਜਦੋਂ ਉਸਨੂੰ ਪ੍ਰੈਗਨੈਂਸੀ ਦਾ ਪਤਾ ਲੱਗਿਆ ਤਾਂ ਡਾਕਟਰ ਨੇ ਰੈਸਟ ਦਾ ਕਿਹਾ। ਇਸ ਲਈ ਉਸਨੇ ਆਪਣੀ ਦੇਖਭਾਲ ਲਈ ਮੈਨੂੰ ਆਪਣੇ ਘਰ ਬੁਲਾਇਆ। ਜਦੋਂ ਮੈਂ ਉੱਥੇ ਗਈ ਤਾਂ ਮੇਰਾ ਜੀਜਾ ਮੇਰੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰਦਾ। ਮੈਂ ਡਰਦੇ ਡਰਦੇ ਆਪਣੀ ਭੈਣ ਨੂੰ ਸਾਰੀ ਗੱਲ ਦੱਸ ਦਿੱਤੀ, ਪਰ ਜੋ ਭੈਣ ਨੇ ਕਿਹਾ ਮੈਨੂੰ ਉਸ ਤੋਂ ਇਹ ਉਮੀਦ ਨਹੀਂ ਸੀ। ਹੋਰਾਂ ਦੇ ਦਿੱਤੇ ਜ਼ਖਮ ਇੰਨੇ ਦਰਦ ਨਹੀਂ ਕਰਦੇ ਜਿੰਨੇ ਜ਼ਖਮ ਆਪਣਿਆਂ ਨੇ ਦਿੱਤੇ ਹੋਣ। ਮੇਰੇ ਨਾਲ ਵੀ ਕੁਝ ਅਜਿਹਾ ਹੀ ਹੋਇਆ। ਮੇਰੀ ਇਹ ਕਹਾਣੀ ਤੁਹਾਨੂੰ ਸੋਚਣ ਲਈ ਮਜਬੂਰ ਕਰ ਦੇਵੇਗੀ। ਕਿਵੇਂ ਮੇਰੀ ਬਰਬਾਦੀ ਪਿੱਛੇ ਕੋਈ ਹੋਰ ਨਹੀਂ ਸੀ। ਤੁਹਾਡੇ ਨਾਲ ਇਹ ਕਹਾਣੀ ਸਾਂਝੀ ਕਰਨ ਦਾ ਮਕਸਦ ਸਿਰਫ ਇਹ ਹੈ ਕਿ ਤੁਸੀਂ ਵੀ ਹਰ ਗੱਲ ਦਾ ਧਿਆਨ ਰੱਖੋ। ਮੇਰਾ ਨਾਮ ਰੂਪਾ ਹੈ। ਅਸੀਂ ਸਿਰਫ 2 ਭੈਣਾਂ ਸੀ ਤੇ ਮੈਂ ਸਿਰਫ 15 ਸਾਲਾਂ ਦੀ ਸੀ ਜਦੋਂ ਮੇਰੀ ਵੱਡੀ ਭੈਣ ਪਾਰੋ ਦਾ ਵਿਆਹ ਹੋਇਆ ਸੀ। ਸਾਡੀਆਂ ਦੋਨਾਂ ਭੈਣਾਂ ਦੀ ਉਮਰ ਵਿੱਚ ਬਹੁਤ ਫਰਕ ਸੀ, ਪਰ ਮੇਰੇ ਭੈਣ ਇੱਕ ਹੀ ਸੀ, ਹੋਰ ਸਾਡੇ ਭਰਾ ਵੀ ਨਹੀਂ ਸੀ। ਇਸ ਲਈ ਉਸਦੇ ਵਿਆਹ ਸਮੇਂ ਰੋ ਰੋ ਕੇ ਮੇਰਾ ਬੁਰਾ ਹਾਲ ਸੀ। ਮੇਰੇ ਜੀਜਾ ਕੈਲਾਸ਼ ਨੇ ਮੈਨੂੰ ਪਿਆਰ ਨਾਲ ਆਪਣੇ ਕੋਲ ਬਿਠਾਇਆ ਅਤੇ ਮੇਰਾ ਹੱਥ ਫੜ ਕੇ ਕਿਹਾ, ਰੂਪਾ ਰੋ ਨਾ। ਜੇ ਤੇਰਾ ਆਪਣੀ ਭੈਣ ਤੋਂ ਬਿਨਾਂ ਦਿਲ ਨਾ ਲੱਗਿਆ ਤਾਂ ਤੂੰ ਸਾਡੇ ਕੋਲ ਆ ਜਾਵੀਂ। ਨਾਲੇ ਸਾਲੀ ਤਾਂ ਅੱਧੀ ਘਰ ਵਾਲੀ ਹੁੰਦੀ ਹੈ। ਜਦੋਂ ਜੀਜਾ ਜੀ ਨੇ ਇਹ ਗੱਲ ਕਹੀ ਤਾਂ ਮੈਨੂੰ ਉਦੋਂ ਕੁਝ ਸਮਝ ਨਹੀਂ ਸੀ ਆਇਆ ਕਿ ਉਹਨਾਂ ਨੇ ਕੀ ਕਿਹਾ, ਪਰ ਮੈਨੂੰ ਤਾਂ ਆਪਣੀ ਭੈਣ ਕੋਲ ਜਾਣ ਦਾ ਚਾਅ ਸੀ। ਇਹ ਸੁਣ ਕੇ ਮੈਨੂੰ ਖੁਸ਼ੀ ਹੋਈ। ਭੈਣ ਵਿਆਹ ਤੋਂ ਬਾਅਦ ਆਪਣੇ ਸਹੁਰੇ ਚਲੀ ਗਈ। ਜੀਜਾ ਜੀ ਨੇ ਮੈਨੂੰ ਖੁਦ ਕਿਹਾ ਕਿ ਮੈਂ ਤੈਨੂੰ ਲੈ ਜਾਵਾਂਗਾ। ਦੀਦੀ ਬਾਏ ਕਹਿ ਕੇ ਚਲੀ ਗਈ, ਪਰ ਮੇਰੇ ਦਿਲ ਵਿੱਚ ਇਹ ਚਾਅ ਸੀ ਕਿ ਮੈਂ ਕਦੋਂ ਆਪਣੇ ਭੈਣ ਦੇ ਘਰ ਜਾਵਾਂਗੀ ਅਤੇ ਮੌਜ ਮਸਤੀ ਕਰਾਂਗੀ। 1 ਸਾਲ ਪਹਿਲਾਂ ਦੀਦੀ ਦਾ ਵਿਆਹ ਹੋਇਆ ਸੀ। ਪਹਿਲਾਂ ਮੈਂ ਉਸਦੇ ਸ਼ਹਿਰ ਨਹੀਂ ਜਾ ਸਕੀ। ਪੂਰੇ ਸਾਲ ਬਾਅਦ ਦੀਦੀ ਸਾਡੇ ਘਰ ਆਈ ਅਤੇ ਕੈਲਾਸ਼ ਜੀਜਾ ਵੀ ਉਸਦੇ ਨਾਲ ਆਏ ਸਨ। ਉਹ ਮੈਨੂੰ ਬਹੁਤ ਪਿਆਰ ਕਰਦੇ ਸੀ। ਜਿੰਨਾ ਚਿਰ ਉਹ ਸਾਡੇ ਘਰ ਰਹੇ, ਉਹ ਹਰ ਵੇਲੇ ਮੈਨੂੰ ਆਪਣੇ ਕੋਲ ਹੀ ਰੱਖਦੇ ਸੀ ਅਤੇ ਮੇਰਾ ਬਹੁਤ ਖਿਆਲ ਰੱਖਦੇ ਸੀ। ਉਹ ਮੇਰੇ ਲਈ ਕਈ ਗਿਫਟ ਵੀ ਲਿਆਏ। ਮੇਰਾ ਕੋਈ ਭਰਾ ਨਹੀਂ ਸੀ, ਇਸ ਲਈ ਮੈਂ ਉਹਨਾਂ ਨੂੰ ਵੱਡਾ ਭਰਾ ਹੀ ਸਮਝਦੀ ਸੀ। ਦੀਦੀ ਸਾਡੇ ਕੋਲ 1 ਹਫ਼ਤਾ ਰਹੇ ਤੇ ਬਾਅਦ ਆਪਣੇ ਸਹੁਰੇ ਘਰ ਚਲੇ ਗਏ। ਮਹੀਨੇ ਬਾਅਦ ਫਿਰ ਦੀਦੀ ਦਾ ਫੋਨ ਆਇਆ। ਉਹਨਾਂ ਦੱਸਿਆ ਕਿ ਉਹ ਗਰਭਵਤੀ ਹੈ ਅਤੇ ਇਹ ਗੱਲ ਸੁਣ ਕੇ ਮੈਂ ਅਤੇ ਮੇਰੇ ਮੰਮੀ ਪਾਪਾ ਬਹੁਤ ਖੁਸ਼ ਹੋਏ। ਕਈ ਸਾਲਾਂ ਬਾਅਦ ਸਾਡੇ ਘਰ ਅਜਿਹੀ ਖੁਸ਼ਖਬਰੀ ਆਈ, ਪਰ ਭੈਣ ਬਹੁਤ ਪਰੇਸ਼ਾਨ ਸੀ ਅਤੇ ਉਹ ਮੰਮੀ ਨੂੰ ਕਹਿ ਰਹੀ ਸੀ ਕਿ ਉਹ ਇਸ ਹਾਲਤ ਵਿੱਚ ਇਕੱਲੀ ਨਹੀਂ ਰਹਿ ਸਕਦੀ, ਕਿਉਂਕਿ ਉਸਨੂੰ ਬਹੁਤ ਉਲਟੀਆਂ ਆਉਂਦੀਆਂ ਹਨ ਅਤੇ ਡਾਕਟਰ ਨੇ ਉਸਨੂੰ ਆਰਾਮ ਕਰਨ ਲਈ ਕਿਹਾ ਹੈ। ਇਹ ਸੁਣ ਕੇ ਮਾਂ ਵੀ ਬਹੁਤ ਪਰੇਸ਼ਾਨ ਹੋ ਗਈ। ਮੇਰੀ ਵੱਡੀ ਭੈਣ ਮੇਰੀ ਮਾਂ ਦੀ ਜਾਨ ਸੀ। ਜਦੋਂ ਮਾਂ ਨੇ ਉਸਨੂੰ ਕੋਲ ਆ ਕੇ ਰਹਿਣ ਲਈ ਕਿਹਾ ਤਾਂ ਉਹ ਕਹਿਣ ਲੱਗੀ ਕਿ ਕੈਲਾਸ਼ ਉਸਨੂੰ ਛੱਡਣ ਲਈ ਤਿਆਰ ਨਹੀਂ। ਜੇ ਭੈਣ ਇੱਥੇ ਆਵੇਗੀ ਤਾਂ ਜੀਜਾ ਤੇ ਉਸਦੇ ਪਿਤਾ ਇਕੱਲੇ ਰਹਿ ਜਾਣਗੇ। ਘਰ ਕੋਈ ਹੋਰ ਔਰਤ ਨਹੀਂ ਸੀ ਤਾਂ ਬਹੁਤ ਪਰੇਸ਼ਾਨੀ ਹੁੰਦੀ ਸੀ। ਵੈਸੇ ਵੀ ਇਹ ਕਿਹੜਾ 1-2 ਮਹੀਨਿਆਂ ਦੀ ਗੱਲ ਨਹੀਂ ਸੀ, ਅਜੇ ਪੂਰੇ 9 ਮਹੀਨੇ ਬਾਕੀ ਸਨ। ਭੈਣ ਦੀ ਗੱਲ ਸੁਣ ਕੇ ਮਾਂ ਨੇ ਕਿਹਾ, ਤੂੰ ਚਿੰਤਾ ਨਾ ਕਰ, ਮੈਂ ਰੂਪਾ ਨੂੰ ਤੇਰੇ ਕੋਲ ਭੇਜਾਂਗੀ। ਭੈਣ ਦੇ ਆਉਣ ਨਾਲ ਤੇਰਾ ਵੀ ਦਿਲ ਲੱਗ ਜਾਵੇਗਾ ਤੇ ਉਹ ਤੇਰੇ ਘਰ ਦੇ ਕੰਮ ਵੀ ਕਰੇਗੀ। ਮਾਂ ਦੀ ਇਹ ਗੱਲ ਸੁਣ ਕੇ ਦੀਦੀ ਬਹੁਤ ਖੁਸ਼ ਹੋ ਗਈ ਅਤੇ ਕਿਹਾ ਕਿ ਰੂਪਾ ਨੂੰ ਇਕੱਲੇ ਨਾ ਭੇਜਿਓ। ਮੈਂ ਕੈਲਾਸ਼ ਨੂੰ ਕਿਹਾ ਹੈ ਕਿ ਉਹ ਉਸਨੂੰ ਲੈਣ ਆਵੇਗਾ। ਮੈਂ ਲੰਬੇ ਸਮੇਂ ਤੋਂ ਇਸ ਮੌਕੇ ਦੀ ਤਲਾਸ਼ ਕਰ ਰਹੀ ਸੀ। ਪਤਾ ਨਹੀਂ ਕਿੰਨੀ ਵਾਰ ਮੈਂ ਉੱਥੇ ਜਾਣ ਦੀ ਅਰਦਾਸ ਕੀਤੀ ਸੀ। ਇਸੇ ਲਈ ਖੁਸ਼ੀ ਮੈਂ ਝੱਟ ਆਪਣਾ ਸਮਾਨ ਪੈਕ ਕਰ ਲਿਆ ਸੀ। ਮਾਸੀ ਬਣਨ ਦੀ ਵੱਖਰੀ ਹੀ ਖੁਸ਼ੀ ਹੈ। ਜੀਜਾ 2 ਦਿਨਾਂ ਬਾਅਦ ਹੀ ਮੈਨੂੰ ਲੈਣ ਆ ਗਏ ਅਤੇ ਮੈਂ ਉਸਦੇ ਨਾਲ ਦੂਜੇ ਸ਼ਹਿਰ ਆਪਣੀ ਭੈਣ ਕੋਲ ਆ ਗਈ। ਦੀਦੀ ਦੇ ਸਹੁਰੇ ਘਰ ਵਿੱਚ ਇੱਕ ਉਸਦਾ ਸਹੁਰਾ ਤੇ ਜੀਜਾ ਜੀ ਹੀ ਰਹਿੰਦੇ ਸੀ, ਇਸ ਲਈ ਮੈਨੂੰ ਉੱਥੇ ਰਹਿਣ ਵਿੱਚ ਕੋਈ ਮੁਸ਼ਕਲ ਨਹੀਂ ਸੀ ਆਉਣੀ। ਭੈਣ ਦੇ ਘਰ ਸੱਸ ਤੇ ਨਨਾਣ ਦੀ ਕੋਈ ਨਹੀਂ ਸੀ। ਭੈਣ ਮੈਨੂੰ ਦੇਖ ਕੇ ਬਹੁਤ ਖੁਸ਼ ਸੀ। ਉਸਨੇ ਮੇਰੀ ਪਸੰਦ ਦਾ ਖਾਣਾ ਪਹਿਲਾਂ ਹੀ ਬਣਾ ਲਿਆ ਸੀ। ਮੈਨੂੰ ਰਹਿਣ ਲਈ ਸਾਹਮਣੇ ਵਾਲਾ ਕਮਰਾ ਵੀ ਦਿੱਤਾ ਗਿਆ।
ਜਦੋਂ ਮੈਂ ਦੀਦੀ ਦੇ ਸਹੁਰੇ ਨੂੰ ਸਤਿ ਸ਼੍ਰੀ ਅਕਾਲ ਬੁਲਾਉਣ ਗਈ ਤਾਂ ਉਹਨਾਂ ਦਾ ਰਵੱਈਆ ਕੁਝ ਅਜੀਬ ਸੀ। ਉਹ ਬਿਮਾਰ ਮੰਜੇ ਤੇ ਪਿਆ ਸੀ। ਮੈਨੂੰ ਦੇਖ ਕੇ ਅਜੀਬੋ-ਗਰੀਬ ਗੱਲਾਂ ਕਰਨ ਲੱਗ ਪਏ। ਉਸ ਦੀਆਂ ਗੱਲਾਂ ਮੇਰੀ ਸਮਝ ਤੋਂ ਬਾਹਰ ਸਨ। ਦੀਦੀ ਨੇ ਮੇਰਾ ਹੱਥ ਫੜ ਕੇ ਮੈਨੂੰ ਕਮਰੇ 'ਚੋਂ ਬਾਹਰ ਕੱਢਿਆ ਅਤੇ ਕਿਹਾ, ਉਸਦਾ ਸਹੁਰਾ ਕਈ ਸਾਲਾਂ ਤੋਂ ਬਿਮਾਰ ਹੈ, ਜਿਸ ਕਾਰਨ ਉਸਨੂੰ ਅਕਸਰ ਉਲਟੀਆਂ ਸਿੱਧੀਆਂ ਗੱਲਾਂ ਕਰਨ ਲੱਗ ਜਾਂਦੇ ਆ। ਉਸਦੇ ਕਮਰੇ ਵਿੱਚ ਹੋਰ ਜਾਣ ਦੀ ਲੋੜ ਨਹੀਂ। ਦੀਦੀ ਦਾ ਸਹੁਰਾ ਵੀ ਉਹਨਾਂ ਦੇ ਵਿਆਹ 'ਚੋਂ ਨਹੀਂ ਸੀ ਗਿਆ। ਜੀਜਾ ਜੀ ਤੇ ਭੈਣ ਦਾ ਰਿਸ਼ਤਾ ਪਾਪਾ ਦੇ ਦੋਸਤ ਨੇ ਕਰਵਾਇਆ ਸੀ। ਉਸਦੇ ਸਹੁਰੇ ਨਾਲ ਇਹ ਮੇਰੀ ਪਹਿਲੀ ਮੁਲਾਕਾਤ ਸੀ ਅਤੇ ਸੱਚਾਈ ਇਹ ਸੀ ਕਿ ਮੈਂ ਉਸਦੇ ਸਹੁਰੇ ਨੂੰ ਮਿਲਣ ਤੋਂ ਡਰ ਲੱਗ ਰਿਹਾ ਸੀ। ਮੈਨੂੰ ਦੀਦੀ ਦੇ ਘਰ ਆਏ ਤੇ 2 ਦਿਨ ਹੋ ਗਏ ਸਨ। ਮੈਂ ਦੁਬਾਰਾ ਉਸਦੇ ਸਹੁਰੇ ਦੇ ਕਮਰੇ ਵਿੱਚ ਨਹੀਂ ਸੀ ਗਈ। ਕੈਲਾਸ਼ ਜੀਜੂ ਮੇਰਾ ਬਹੁਤ ਖਿਆਲ ਰੱਖਦੇ ਸਨ ਅਤੇ ਭੈਣ ਦੀ ਸਿਹਤ ਖਰਾਬ ਹੋਣ ਕਾਰਨ ਉਹ ਜ਼ਿਆਦਾਤਰ ਸਮਾਂ ਮੰਜੇ ਤੇ ਹੀ ਪਏ ਰਹਿੰਦੇ ਸੀ। ਮੈਂ ਸਾਰਾ ਘਰ ਸੰਭਾਲ ਲਿਆ ਸੀ। ਪਰ ਫਿਰ ਇੱਕ ਦਿਨ ਕੁਝ ਅਜਿਹਾ ਹੋਇਆ ਜਿਸ ਨੇ ਮੈਨੂੰ ਮਾਰਨ ਵਾਲੀ ਹੀ ਕਰ ਦਿੱਤਾ। ਰਾਤ ਦੇ ਖਾਣੇ ਤੋਂ ਬਾਅਦ ਰਸੋਈ ਦੀ ਸਫਾਈ ਕਰਕੇ ਜਦੋਂ ਮੈਂ ਆਪਣੇ ਕਮਰੇ ਵਿੱਚ ਆਈ ਤਾਂ ਸੋਚਿਆ ਕਿ ਨਹਾ ਕੇ ਸੌਂ ਜਾਵਾਂ। ਬਹੁਤ ਗਰਮੀ ਸੀ ਤੇ ਮੈਨੂੰ ਬਹੁਤ ਪਸੀਨਾ ਆਇਆ ਸੀ। ਮੈਂ ਨਹਾਉਣ ਲਈ ਆਪਣੇ ਕਮਰੇ ਦੇ ਵਾਸ਼ਰੂਮ ਵਿੱਚ ਗਈ ਤਾਂ ਕੁਝ ਹੀ ਦੇਰ ਵਿੱਚ ਮੈਨੂੰ ਮਹਿਸੂਸ ਹੋਇਆ ਜਿਵੇਂ ਕੋਈ ਮੈਨੂੰ ਦੇਖ ਰਿਹਾ ਹੋਵੇ। ਸ਼ੁਰੂ ਵਿੱਚ ਤਾਂ ਮੈਂ ਸੋਚਿਆ ਕਿ ਇਹ ਮੇਰਾ ਭੁਲੇਖਾ ਹੈ, ਪਰ ਅਚਾਨਕ ਮੇਰੀ ਰੌਸ਼ਨਦਾਨ ਉੱਤੇ ਨਿਗਾਹ ਪਈ ਅਤੇ ਮੇਰੇ ਹੋਸ਼ ਉੱਡ ਗਏ। ਉੱਥੇ ਇੱਕ ਪਰਛਾਵਾਂ ਦੇਖਿਆ ਅਤੇ ਮੈਨੂੰ ਯਕੀਨ ਸੀ ਕਿ ਮੈਨੂੰ ਕੋਈ ਲੁੱਕ ਕੇ ਦੇਖ ਰਿਹਾ ਸੀ। ਮੇਰੇ ਦਿਮਾਗ ਨੂੰ ਹਿਲਾ ਕੇ ਰੱਖ ਦਿੱਤਾ ਸੀ। ਮੈਂ ਜਲਦੀ ਨਾਲ ਆਪਣੇ ਕੱਪੜੇ ਪਾ ਲਏ ਅਤੇ ਕਮਰੇ ਤੋਂ ਬਾਹਰ ਭੱਜ ਗਈ। ਜਦੋਂ ਮੈਂ ਦੀਦੀ ਦੇ ਕਮਰੇ ਵਿੱਚ ਪਹੁੰਚੀ ਤਾਂ ਦੀਦੀ ਅਤੇ ਜੀਜੂ ਬੈੱਡ ਤੇ ਆਰਾਮ ਨਾਲ ਲੇਟੇ ਸਨ। ਕਾਹਲੀ ਵਿੱਚ ਮੈਂ ਕਮਰੇ ਦਾ ਦਰਵਾਜ਼ਾ ਖੜਕਾਉਣਾ ਭੁੱਲ ਗਈ ਤੇ ਦੋਹਾਂ ਨੂੰ ਇਕੱਠੇ ਦੇਖ ਕੇ ਮੈਨੂੰ ਸ਼ਰਮ ਮਹਿਸੂਸ ਹੋ ਰਹੀ ਸੀ। ਜੀਜਾ ਉੱਠ ਕੇ ਬੈਠ ਗਿਆ। ਅੰਦਰ ਆਉਣ ਬਾਰੇ ਕਹਿਣ ਲੱਗਾ, ਆ ਜਾ ਰੂਪਾ, ਤੂੰ ਬੂਹੇ ਤੇ ਕਿਉਂ ਰੁਕੀ ਹੈ? ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮੈਂ ਕੀ ਕਰਾਂ। ਮੈਂ ਉਹਨਾਂ ਨੂੰ ਕਿਵੇਂ ਦੱਸਾਂ ਕਿ ਮੈਨੂੰ ਰੌਸ਼ਨਦਾਨ ਤੇ ਕਿਸੇ ਦਾ ਪਰਛਾਵਾਂ ਦਿਸਿਆ ਹੈ। ਮੈਂ ਬਸ ਇਹੀ ਗੱਲ ਕੀਤੀ ਕਿ ਮੈਂ ਦੀਦੀ ਦੇ ਦੁੱਧ ਬਾਰੇ ਪੁੱਛਣ ਆਈ ਸੀ। ਦੀਦੀ ਕਹਿਣ ਲੱਗੀ ਕਿ ਤੂੰ ਜਾ ਕੇ ਆਰਾਮ ਕਰ, ਹੁਣ ਜੋ ਵੀ ਕੰਮ ਹੋਵੇਗਾ ਮੈਂ ਕੈਲਾਸ਼ ਨੂੰ ਕਹਿ ਦੇਵਾਂਗੀ। ਜਦੋਂ ਮੈਂ ਵਾਪਸ ਆਪਣੇ ਕਮਰੇ ਵਿੱਚ ਆਉਣ ਲੱਗੀ ਤਾਂ ਮੇਰੀ ਨਜ਼ਰ ਦੀਦੀ ਦੇ ਸਹੁਰੇ ਦੇ ਪਈ, ਜੋ ਬਾਹਰ ਲਾਹਣ ਤੋਂ ਵਾਪਸ ਆਪਣੇ ਕਮਰੇ ਵਿੱਚ ਆ ਰਹੇ ਸਨ। ਮੈਨੂੰ ਇਹ ਅਜੀਬ ਲੱਗਿਆ, ਕਿਤੇ ਉਹ ਭੈਣ ਦਾ ਸਹੁਰਾ ਤਾਂ ਨਹੀਂ ਸੀ? ਇਸ ਸਵਾਲ ਨੇ ਮੈਨੂੰ ਪਰੇਸ਼ਾਨ ਕੀਤਾ। ਮੇਰੀ ਸਾਰੀ ਰਾਤ ਅੱਖਾਂ ਵਿੱਚ ਬੀਤ ਗਈ। ਅਗਲੇ ਦਿਨ ਸਵੇਰੇ ਜੀਜਾ ਦਫ਼ਤਰ ਜਾਂਦੇ ਸਮੇਂ ਕਹਿਣ ਲੱਗਾ, ਰੂਪਾ, ਮੈਂ ਸ਼ਾਮ ਨੂੰ ਜਲਦੀ ਆਵਾਂਗਾ ਅਤੇ ਤੈਨੂੰ ਸ਼ਾਪਿੰਗ ਲਈ ਬਾਜ਼ਾਰ ਲੈ ਕੇ ਜਾਵਾਂਗਾ। ਤੁਸੀਂ ਸ਼ਾਮ ਨੂੰ ਤਿਆਰ ਰਹੋ। ਇਹ ਕਹਿੰਦੇ ਹੋਏ ਅਚਾਨਕ ਨੇੜੇ ਆ ਕੇ ਉਹ ਮੇਰੀ ਗੱਲ ਨੂੰ ਛੂਹ ਕੇ ਦਫ਼ਤਰ ਲਈ ਚਲੇ ਗਏ। ਮੈਂ ਉਸਦੇ ਰਵੱਈਏ ਤੋਂ ਹੈਰਾਨ ਸੀ। ਦੀਦੀ ਵੀ ਪਿੱਛੇ ਖੜੀ ਸੀ। ਕੈਲਾਸ਼ ਤੈਨੂੰ ਬਹੁਤ ਪਿਆਰ ਕਰਦਾ, ਤੂੰ ਵੀ ਆਪਣੇ ਜੀਜੇ ਦਾ ਖਿਆਲ ਰੱਖੀ, ਕਿਉਂਕਿ ਅੱਜ ਕੱਲ੍ਹ ਮੈਂ ਉਹਨਾਂ ਦੀ ਦੇਖਭਾਲ ਨਹੀਂ ਕਰ ਸਕਦੀ, ਉਹ ਬਹੁਤ ਥੱਕ ਜਾਂਦੇ ਹਨ। ਦੀਦੀ ਦੀ ਗੱਲ ਸੁਣ ਕੇ ਮੈਂ ਕਿਹਾ, ਚਿੰਤਾ ਨਾ ਕਰੋ, ਮੈਂ ਕੈਲਾਸ਼ ਜੀਜੂ ਦਾ ਧਿਆਨ ਰੱਖਾਂਗੀ। ਸ਼ਾਮ ਨੂੰ ਜਦੋਂ ਮੈਂ ਚੰਗੀ ਤਰ੍ਹਾਂ ਤਿਆਰ ਹੋ ਕੇ ਕੱਪੜੇ ਪਾ ਲਏ, ਕੈਲਾਸ਼ ਜੀਜੂ ਮੈਨੂੰ ਖਰੀਦਦਾਰੀ ਲਈ ਲੈ ਗਏ। ਉਸਨੇ ਦੀਦੀ ਨਾਲੋਂ ਮੇਰੇ ਲਈ ਜ਼ਿਆਦਾ ਖਰੀਦਦਾਰੀ ਕੀਤੀ। ਮੈਂ ਬਹੁਤ ਖੁਸ਼ ਸੀ, ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਮੇਰੀ ਇਹ ਖੁਸ਼ੀ ਕੁਝ ਦਿਨਾਂ ਦੀ ਹੀ ਹੈ। ਉਸ ਰਾਤ ਜੋ ਮੇਰੇ ਨਾਲ ਹੋਇਆ, ਮੈਂ ਬਹੁਤ ਥੱਕ ਗਈ ਸੀ ਅਤੇ ਖਾਣਾ ਖਾ ਕੇ ਆਪਣੇ ਕਮਰੇ ਵਿੱਚ ਜਾ ਕੇ ਬਿਨਾਂ ਭੈਣ ਕੋਲ ਗਏ ਸੌਂ ਗਈ। ਅੱਧੀ ਰਾਤ ਨੂੰ ਅਚਾਨਕ ਲਾਈਟ ਚਲੀ ਗਈ। ਮੈਨੂੰ ਗਰਮੀ ਮਹਿਸੂਸ ਹੋਈ। ਮੇਰੀ ਅੱਖ ਖੁੱਲ੍ਹ ਗਈ, ਇਸ ਲਈ ਮੈਨੂੰ ਲੱਗਾ ਜਿਵੇਂ ਕੋਈ ਮੇਰੇ ਬਿਸਤਰੇ ਤੇ ਮੌਜੂਦ ਹੈ। ਕਮਰੇ ਵਿੱਚ ਹਨੇਰਾ ਸੀ, ਮੈਨੂੰ ਕੁਝ ਦਿਖਾਈ ਨਹੀਂ ਸੀ ਦੇ ਰਿਹਾ ਅਤੇ ਫਿਰ ਅਚਾਨਕ ਕੋਈ ਮੇਰੇ ਨੇੜੇ ਆਉਣ ਲੱਗਾ। ਮੇਰਾ ਦਮ ਘੁੱਟ ਰਿਹਾ ਸੀ। ਮੈਂ ਰੌਲਾ ਵੀ ਨਹੀਂ ਸੀ ਪਾ ਸਕਦੀ, ਪਰ ਜਦੋਂ ਮੈਨੂੰ ਅਹਿਸਾਸ ਹੋਇਆ ਕਿ ਮੇਰੇ ਨਾਲ ਕੁਝ ਬਹੁਤ ਗਲਤ ਹੋਣ ਵਾਲਾ ਹੈ, ਮੈਂ ਆਪਣੀ ਪੂਰੀ ਕੋਸ਼ਿਸ਼ ਕੀਤੀ, ਜ਼ੋਰ ਨਾਲ ਧੱਕਾ ਦਿੱਤਾ। ਉਸ ਨੂੰ ਸ਼ਾਇਦ ਮੇਰੇ ਤੋਂ ਇਸ ਧੱਕੇ ਦੀ ਉਮੀਦ ਨਹੀਂ ਸੀ। ਜਦੋਂ ਉਹ ਤੁਰੰਤ ਪਿੱਛੇ ਹਟਿਆ ਤਾਂ ਮੈਂ ਕਮਰੇ ਤੋਂ ਬਾਹਰ ਭੱਜ ਗਈ। ਮੈਨੂੰ ਕੁਝ ਵੀ ਨਹੀਂ ਸੀ ਦਿਖਾਈ ਦੇ ਰਿਹਾ, ਬਹੁਤ ਹਨੇਰਾ ਸੀ, ਪਰ ਮੈਂ ਕੰਧ ਦੇ ਸਹਾਰੇ ਨਾਲ ਦੀਦੀ ਦੇ ਕਮਰੇ ਵਿੱਚ ਪਹੁੰਚ ਗਈ। ਉੱਥੇ ਜਾ ਕੇ ਜਦੋਂ ਮੈਂ ਦੀਦੀ ਦੇ ਕਮਰੇ ਵਿੱਚ ਗਈ ਤਾਂ ਉਹ ਕਹਿਣ ਲੱਗੀ, ਰੂਪਾ, ਚਿੰਤਾ ਨਾ ਕਰ, ਕੈਲਾਸ਼ ਹੁਣੇ ਹੀ ਲਾਈਟ ਦੇਖਣ ਗਿਆ ਹੈ। ਅਕਸਰ ਸਾਡੇ ਘਰ ਦੀ ਲਾਈਟ ਬੰਦ ਹੋ ਜਾਂਦੀ ਹੈ, ਕੈਲਾਸ਼ ਜਲਦੀ ਠੀਕ ਕਰ ਦੇਵੇਗਾ। ਦੀਦੀ ਨੇ ਆਪਣੇ ਮੋਬਾਈਲ ਦੀ ਟਾਰਚ ਜਗਾਈ
ਮੇਰੇ ਕੋਲ ਤਾਂ ਮੋਬਾਈਲ ਵੀ ਨਹੀਂ ਸੀ। ਮੈਂ ਦੀਦੀ ਕੋਲ ਬੈਠ ਗਈ ਤੇ ਮੇਰਾ ਰੋਣ ਨਿਕਲ ਰਿਹਾ ਸੀ। ਥੋੜੀ ਦੇਰ ਬਾਅਦ ਲਾਈਟ ਆ ਗਈ। ਉਹ ਕਹਿਣ ਲੱਗੀ ਕਿ ਤੂੰ ਵੀ ਬਹੁਤ ਪਾਗਲ ਹੈ, ਹਨੇਰੇ ਤੋਂ ਡਰਦੀ ਹੈ, ਤੂੰ ਮੇਰੀ ਦੇਖਭਾਲ ਕਿਵੇਂ ਕਰੇਂਗੀ। ਦੀਦੀ ਦੀ ਗੱਲ ਸੁਣ ਕੇ ਮੈਂ ਕਿਹਾ, ਇਹੋ ਜਿਹੀ ਗੱਲ ਨਹੀਂ ਹੈ। ਮੈਂ ਡਰ ਗਈ ਸੀ ਕਿਉਂਕਿ ਮੇਰੇ ਕਮਰੇ ਵਿੱਚ ਕੋਈ ਮੌਜੂਦ ਸੀ। ਮੇਰੀ ਗੱਲ ਸੁਣ ਕੇ ਉਹ ਉੱਚੀ ਉੱਚੀ ਹੱਸਣ ਲੱਗੀ। ਕੈਲਾਸ਼ ਮੇਰੇ ਕਮਰੇ ਵਿੱਚ ਮੇਰੇ ਨਾਲ ਸੀ ਅਤੇ ਮੇਰੇ ਸਹੁਰਾ ਕਮਰੇ ਤੋਂ ਬਾਹਰ ਨਹੀਂ ਆਉਂਦਾ। ਤੂੰ ਹਨੇਰੇ ਕਾਰਨ ਡਰ ਰਹੀ ਸੀ ਤੇ ਮੈਂ ਦੀਦੀ ਨੂੰ ਕਿਵੇਂ ਯਕੀਨ ਦਿਵਾਵਾਂ ਕਿ ਮੇਰੇ ਕਮਰੇ ਵਿੱਚ ਕੋਈ ਮੌਜੂਦ ਸੀ। ਪਰ ਮੈਂ ਸਮਝ ਨਹੀਂ ਸੀ ਆ ਰਹੀ ਕਿ ਇਹ ਕੌਣ ਹੋ ਸਕਦਾ। ਜੇ ਕੈਲਾਸ਼ ਜੀਜੂ ਦੀਦੀ ਨਾਲ ਸੀ ਤਾਂ ਮੇਰੇ ਕਮਰੇ ਵਿੱਚ ਕੌਣ ਸੀ? ਪਹਿਲਾਂ ਬਾਥਰੂਮ ਦੇ ਰੋਸ਼ਨਦਾਨ ਵਿੱਚ, ਹੁਣ ਕਮਰੇ ਵਿੱਚ। ਕਿਸੇ ਦੀ ਮੌਜੂਦਗੀ ਦੇ ਅਹਿਸਾਸ ਨੇ ਮੈਨੂੰ ਪੂਰੀ ਤਰ੍ਹਾਂ ਡਰਾ ਦਿੱਤਾ। ਮੇਰੇ ਮਨ ਵਿੱਚ ਭੈਣ ਦੇ ਸਹੁਰੇ ਦਾ ਖਿਆਲ ਆਉਂਦਾ ਰਹਿੰਦਾ ਸੀ। ਜਦੋਂ ਜੀਜੂ ਲਾਈਟ ਠੀਕ ਕਰਕੇ ਕਮਰੇ ਵਿੱਚ ਆਏ ਤਾਂ ਉਹਨਾਂ ਨੇ ਮੇਰੇ ਵੱਲ ਦੇਖਿਆ ਤੇ ਕਿਹਾ, ਪਾਰੋ, ਮੈਂ ਤੈਨੂੰ ਪਹਿਲਾਂ ਹੀ ਦੱਸਿਆ ਸੀ ਕਿ ਉਹ ਹਨੇਰੇ ਤੋਂ ਡਰੇਗੀ, ਤੂੰ ਉਸਦੇ ਕੋਲ ਜਾ। ਭੈਣ ਜੀਜੇ ਨੂੰ ਕਹਿਣ ਲੱਗੀ, ਬਹੁਤ ਹਨੇਰਾ ਸੀ, ਜੇ ਮੈਂ ਡਿੱਗ ਪੈਂਦੀ ਤਾਂ ਮੈਨੂੰ ਕਿਵੇਂ ਪਤਾ ਸੀ ਕਿ ਉਹ ਇੰਨਾ ਹੀ ਡਰੇਗੀ। ਮੈਂ ਦੋਹਾਂ ਨੂੰ ਕਿਹਾ ਕਿ ਚਿੰਤਾ ਨਾ ਕਰੋ, ਮੈਂ ਠੀਕ ਹਾਂ, ਤੇ ਫਿਰ ਮੈਂ ਆਪਣੇ ਕਮਰੇ ਵਿੱਚ ਜਾ ਕੇ ਸੌਂ ਗਈ। ਮੈਂ ਦੀਦੀ ਨੂੰ ਜ਼ਿਆਦਾ ਪਰੇਸ਼ਾਨ ਨਹੀਂ ਕਰਨਾ ਚਾਹੁੰਦੀ ਸੀ ਕਿਉਂਕਿ ਮੰਮੀ ਨੇ ਮੈਨੂੰ ਦੱਸਿਆ ਸੀ ਕਿ ਡਾਕਟਰ ਨੇ ਦੀਦੀ ਨੂੰ ਟੈਨਸ਼ਨ ਨਾ ਦੇਣ ਲਈ ਕਿਹਾ ਸੀ। ਮੈਂ ਡਰ ਕੇ ਆਪਣੇ ਕਮਰੇ ਵਿੱਚ ਵਾਪਸ ਆ ਗਈ ਅਤੇ ਦਰਵਾਜ਼ਾ ਬੰਦ ਕਰ ਦਿੱਤਾ। ਇਸ ਤੋਂ ਬਾਅਦ ਮੈਂ ਬੈੱਡ ਤੇ ਲੇਟ ਗਈ। ਮੈਨੂੰ ਨੀਂਦ ਨਹੀਂ ਸੀ ਆ ਰਹੀ ਸੀ। ਮੈਂ ਸੋਚ ਰਹੀ ਸੀ ਕਿ ਕਿਸੇ ਨਾ ਕਿਸੇ ਬਹਾਨੇ ਘਰ ਵਾਪਸ ਜਾਵਾਂ। ਜੋ ਵੀ ਸੀ, ਇਹ ਮੇਰਾ ਭਰਮ ਨਹੀਂ ਸੀ। ਮੈਨੂੰ ਇਸ ਗੱਲ ਦਾ ਯਕੀਨ ਸੀ, ਇਹ ਸੱਚ ਸੀ। ਮੇਰੀ ਇਕੱਲਤਾ ਦਾ ਪੂਰਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਅਗਲੇ ਦਿਨ ਕੈਲਾਸ਼ ਜੀਜੂ ਦੁਪਹਿਰ ਨੂੰ ਕਿਸੇ ਕੰਮ ਲਈ ਦਫ਼ਤਰ ਤੋਂ ਘਰ ਆਏ। ਉਸ ਸਮੇਂ ਦੀਦੀ ਦਵਾਈ ਲੈ ਕੇ ਆਪਣੇ ਕਮਰੇ ਵਿੱਚ ਸੌਂ ਰਹੀ ਸੀ ਅਤੇ ਮੈਂ ਰਸੋਈ ਵਿੱਚ ਖਾਣੇ ਦੀ ਤਿਆਰੀ ਕਰ ਰਹੀ ਸੀ। ਕੈਲਾਸ਼ ਜੀਜੂ ਨੇ ਰਸੋਈ ਵਿੱਚ ਆ ਕੇ ਮੈਨੂੰ ਪਿੱਛੋਂ ਫੜ ਕੇ ਆਪਣੀਆਂ ਬਾਹਾਂ ਵਿੱਚ ਫੜ ਲਿਆ। ਮੈਨੂੰ ਉਸ ਤੋਂ ਇਹ ਬਿਲਕੁਲ ਉਮੀਦ ਨਹੀਂ ਸੀ। ਮੈਂ ਘਬਰਾ ਕੇ ਆਪਣੇ ਆਪ ਨੂੰ ਉਹਨਾਂ ਤੋਂ ਛੁਡਾਉਣ ਦੀ ਕੋਸ਼ਿਸ਼ ਕਰਨ ਲੱਗੀ। ਮੇਰੀ ਆਵਾਜ਼ ਮੇਰੇ ਗਲੇ ਵਿੱਚ ਦੱਬੀ ਗਈ ਅਤੇ ਮੈਂ ਕੁਝ ਬੋਲ ਵੀ ਨਾ ਸਕੀ। ਪਰ ਕੈਲਾਸ਼ ਨੇ ਮੈਨੂੰ ਛੱਡਣ ਦੀ ਬਜਾਏ ਮੈਨੂੰ ਘੁੱਟ ਕੇ ਫੜ ਲਿਆ ਅਤੇ ਕਿਹਾ ਕਿ ਤੂੰ ਬਹੁਤ ਸੋਹਣੀ ਹੈ, ਮੈਨੂੰ ਤੇਰੇ ਤੋਂ ਪਾਸੇ ਹੋਣ ਦਾ ਦਿਲ ਨਹੀਂ ਕਰਦਾ। ਬੜੀ ਮੁਸ਼ਕਲ ਨਾਲ ਮੈਂ ਆਪਣੇ ਆਪ ਨੂੰ ਉਹਨਾਂ ਤੋਂ ਛੁਡਾਇਆ ਅਤੇ ਰਸੋਈ ਤੋਂ ਬਾਹਰ ਭੱਜ ਗਈ ਤਾਂ ਕੈਲਾਸ਼ ਕਹਿਣ ਲੱਗਾ ਕਿ ਤੂੰ ਨਹਾਉਂਦੀ ਵੀ ਬਹੁਤ ਸੋਹਣੀ ਲੱਗ ਰਹੀ ਸੀ। ਮੇਰੇ ਮੋਬਾਈਲ ਵਿੱਚ ਤੁਹਾਡੀ ਵੀਡੀਓ ਹੈ। ਜੀਜੂ ਦੇ ਇਹਨਾਂ ਬੋਲਾਂ ਨੇ ਮੇਰਾ ਸਾਹ ਰੋਕ ਦਿੱਤਾ। ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਉਹ ਇੰਨਾ ਬੁਰਾ ਬੰਦਾ ਹੋਵੇਗਾ। ਜਿਵੇਂ ਹੀ ਜੀਜਾ ਮੇਰੇ ਵੱਲ ਵਧਿਆ, ਮੈਂ ਭੱਜ ਕੇ ਆਪਣੇ ਕਮਰੇ ਵਿੱਚ ਗਈ ਅਤੇ ਆਪਣੇ ਆਪ ਨੂੰ ਕਮਰੇ ਵਿੱਚ ਬੰਦ ਕਰ ਲਿਆ। ਮੈਂ ਡਰ ਨਾਲ ਕੰਬ ਰਹੀ ਸੀ। ਜੀਜੇ ਦਾ ਇਹ ਰੂਪ ਦੇਖ ਕੇ ਅੱਜ ਦੇਖਿਆ ਮੈਨੂੰ ਉਹ ਬਹੁਤ ਡਰ ਲੱਗ ਰਿਹਾ ਸੀ। ਮੈਂ ਭੈਣ ਨੂੰ ਕੁਝ ਵੀ ਨਹੀਂ ਸੀ ਦੱਸਣਾ ਚਾਹੁੰਦੀ ਹਾਂ ਕਿ ਉਸ ਦੀ ਵੀ ਹਾਲਤ ਬਹੁਤ ਖਰਾਬ ਹੋਈ ਪਈ ਸੀ। ਮੈਨੂੰ ਰੋਂਦੇ ਹੋਏ ਦੇਖ ਕੇ ਭੈਣ ਨੇ ਕਿਹਾ, ਕੀ ਗੱਲ ਹੈ, ਤੂੰ ਇੰਨਾ ਕਿਉਂ ਰੋ ਰਹੀ ਹੈ? ਮੈਂ ਰੋਂਦੇ ਹੋਏ ਕਿਹਾ ਕਿ ਮੰਮੀ ਪਾਪਾ ਦੀ ਬਹੁਤ ਯਾਦ ਆ ਰਹੀ ਹੈ ਤੇ ਮੈਂ ਵਾਪਸ ਘਰ ਜਾਣਾ। ਮੇਰੀ ਗੱਲ ਸੁਣ ਕੇ ਦੀਦੀ ਨੇ ਮੈਨੂੰ ਜੱਫੀ ਪਾ ਲਈ ਅਤੇ ਕਹਿਣ ਲੱਗੀ, ਇੰਨੀ ਛੋਟੀ ਜਿਹੀ ਗੱਲ ਤੇ ਤੂੰ ਰੋ ਰੋ ਕੇ ਅੱਖਾਂ ਸੁਜਾ ਲਈਆਂ। ਚਿੰਤਾ ਨਾ ਕਰ, ਮੈਂ ਤੈਨੂੰ ਸ਼ਾਮ ਨੂੰ ਹੀ ਕੈਲਾਸ਼ ਦੇ ਨਾਲ ਵਾਪਸ ਭੇਜ ਦੇਵਾਂਗੀ। ਜੀਜੂ ਨਾਲ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਦਾ ਸਫ਼ਰ ਕਰਨਾ, ਮੈਨੂੰ ਇਸ ਬਾਰੇ ਸੋਚ ਕੇ ਘਬਰਾਹਟ ਹੋਈ ਕਿ ਜੀਜੂ ਮੈਨੂੰ ਛੱਡਣ ਜਾਣਗੇ। ਮੈਂ ਦੀਦੀ ਨੂੰ ਕਿਹਾ ਕਿ ਮੈਨੂੰ ਪਾਪਾ ਲੈਣ ਆਉਣਗੇ, ਮੈਂ ਆਪਣੇ ਪਾਪਾ ਨਾਲ ਜਾਵਾਂਗੀ। ਦੀਦੀ ਕਹਿਣ ਲੱਗੀ, ਇਹ ਤਾਂ ਠੀਕ ਹੈ, ਚੰਗੀ ਗੱਲ ਹੈ, ਇਸ ਤਰ੍ਹਾਂ ਮੈਂ ਵੀ ਪਾਪਾ ਨੂੰ ਮਿਲ ਲਵਾਂਗੀ। ਦੀਦੀ ਦੀ ਗੱਲ ਸੁਣ ਕੇ ਮੈਂ ਖੁਸ਼ ਹੋ ਗਈ ਅਤੇ ਜਿਵੇਂ ਹੀ ਦੀਦੀ ਮੇਰੇ ਕੋਲੋਂ ਉੱਠ ਕੇ ਆਪਣੇ ਕਮਰੇ ਵਿੱਚ ਗਈ, ਉਸ ਦੀ ਇੱਕ ਉੱਚੀ ਚੀਕ ਦੀ ਆਵਾਜ਼ ਸੁਣਾਈ ਦਿੱਤੀ। ਮੈਂ ਝੱਟ ਦੀਦੀ ਦੇ ਕਮਰੇ ਵੱਲ ਭੱਜ ਗਈ ਤਾਂ ਦੀਦੀ ਨੂੰ ਮੰਜੇ ਕੋਲ ਪਏ ਦੇਖ ਕੇ ਘਬਰਾ ਗਈ ਤੇ ਉਹ ਪੇਟ ਫੜ ਕੇ ਉੱਚੀ ਉੱਚੀ ਰੋ ਰਹੀ ਸੀ। ਮੈਂ ਦੀਦੀ ਨੂੰ ਚੁੱਕ ਕੇ ਬੈੱਡ ਤੇ ਬਿਠਾਇਆ ਅਤੇ ਕਾਫੀ ਦੇਰ ਉਸਦੇ ਕੋਲ ਬੈਠੀ ਰਹੀ। ਮੈਨੂੰ ਉਸਦੀ ਹਾਲਤ ਠੀਕ ਨਹੀਂ ਸੀ ਲੱਗ ਰਹੀ। ਮੈਂ ਦੀਦੀ ਨੂੰ ਡਾਕਟਰ ਕੋਲ ਜਾਣ ਲਈ ਕਿਹਾ ਪਰ ਉਸਨੇ ਸਾਫ਼ ਇਨਕਾਰ ਕਰ ਦਿੱਤਾ ਅਤੇ ਮੇਰਾ ਹੱਥ ਫੜ ਕੇ ਕਿਹਾ, ਦੇਖ ਰੂਪਾ, ਮੈਨੂੰ ਛੱਡ ਕੇ ਨਾ ਜਾ, ਮੈਂ ਇਸ ਹਾਲਤ ਵਿੱਚ ਇਕੱਲੀ ਨਹੀਂ ਰਹਿ ਸਕਦੀ। ਅੱਜ ਤੂੰ ਹੀ ਸੀ ਜਿਸ ਨੇ ਮੈਨੂੰ ਚੁੱਕ ਕੇ ਸੰਭਾਲਿਆ, ਪਰ ਜੇ ਤੇਰੇ ਜਾਣ ਤੋਂ ਬਾਅਦ ਕੁਝ ਅਜਿਹਾ ਹੋ ਗਿਆ ਤਾਂ ਮੈਂ ਅਤੇ ਮੇਰਾ ਬੱਚਾ ਮਰ ਜਾਵਾਂਗੇ। ਇਹ ਸੁਣ ਕੇ ਮੈਂ ਬਹੁਤ ਪਰੇਸ਼ਾਨ ਹੋ ਗਈ।
ਮੈਂ ਮਜਬੂਰੀ ਵਿੱਚ ਕੁਝ ਦਿਨ ਰੁਕਣ ਦਾ ਫੈਸਲਾ ਕੀਤਾ ਅਤੇ ਦੀਦੀ ਨੂੰ ਕਿਹਾ ਕਿ ਤੁਸੀਂ ਬਿਲਕੁਲ ਵੀ ਚਿੰਤਾ ਨਾ ਕਰੋ, ਮੈਂ ਤੁਹਾਡੇ ਨਾਲ ਹਾਂ। ਭੈਣ ਮੇਰੀ ਗੱਲ ਸੁਣ ਕੇ ਬਹੁਤ ਖੁਸ਼ ਹੋਈ ਅਤੇ ਮੈਨੂੰ ਜੱਫੀ ਪਾ ਲਈ। ਜੀਜਾ ਵੀ ਵਾਪਸ ਆ ਗਿਆ। ਭੈਣ ਨੇ ਉਸ ਨੂੰ ਇਹ ਵੀ ਦੱਸਿਆ ਕਿ ਅੱਜ ਡਿੱਗਣ ਨਾਲ ਮੇਰੀ ਸਿਹਤ ਵਿਗੜ ਗਈ ਸੀ। ਇਹ ਸੁਣ ਕੇ ਕੈਲਾਸ਼ ਜੀਜੂ ਵੀ ਪਰੇਸ਼ਾਨ ਹੋ ਗਏ ਅਤੇ ਮੈਨੂੰ ਆਪਣੀ ਭੈਣ ਲਈ ਜੂਸ ਲਿਆਉਣ ਲਈ ਕਿਹਾ। ਮੈਂ ਰਸੋਈ ਵਿੱਚ ਸੇਬ ਦਾ ਜੂਸ ਬਣਾ ਰਹੀ ਸੀ। ਇੱਕ ਵਾਰ ਫਿਰ ਕੈਲਾਸ਼ ਜੀਜੂ ਰਸੋਈ ਵਿੱਚ ਆਏ ਤੇ ਮੇਰੇ ਨਾਲ ਜ਼ਬਰਦਸਤੀ ਕਰਨ ਲੱਗੇ। ਮੈਂ ਕੈਲਾਸ਼ ਜੀਜੂ ਨੂੰ ਧੱਕਾ ਦਿੱਤਾ ਅਤੇ ਗੁੱਸੇ ਨਾਲ ਕਿਹਾ, ਤੁਹਾਨੂੰ ਕੋਈ ਸ਼ਰਮ ਨਹੀਂ? ਤੁਹਾਡੀ ਪਤਨੀ ਦੀ ਹਾਲਤ ਬਹੁਤ ਖਰਾਬ ਹੈ ਅਤੇ ਤੁਸੀਂ ਮੇਰੇ ਨਾਲ ਅਜਿਹੀਆਂ ਹਰਕਤਾਂ ਕਰ ਰਹੇ ਹੋ। ਜੀਜੇ ਤੇ ਮੇਰੀਆਂ ਗੱਲਾਂ ਦਾ ਕੋਈ ਅਸਰ ਨਹੀਂ ਸੀ ਹੋਇਆ ਅਤੇ ਉਸ ਨੇ ਮੇਰੇ ਨਾਲ ਜ਼ਬਰਦਸਤੀ ਕਰਨੀ ਸ਼ੁਰੂ ਕਰ ਦਿੱਤੀ। ਮੈਂ ਉੱਚੀ ਉੱਚੀ ਰੋਣ ਲੱਗ ਪਈ। ਮੇਰੀ ਆਵਾਜ਼ ਤੇ ਭੈਣ ਆਈ। ਮੈਂ ਇੰਨਾ ਘਬਰਾ ਗਈ ਸੀ ਕਿ ਦੀਦੀ ਦੀ ਸਿਹਤ ਬਾਰੇ ਬਿਨਾਂ ਸੋਚੇ ਮੈਂ ਉਸ ਨੂੰ ਜੀਜੇ ਦੀ ਸਾਰੀ ਸੱਚਾਈ ਦੱਸ ਦਿੱਤੀ। ਦੀਦੀ ਨੇ ਇੱਕ ਨਜ਼ਰ ਮੇਰੇ ਵੱਲ ਤੇ ਦੂਜੀ ਜੀਜੇ ਵੱਲ ਵੇਖ ਕੇ ਕਿਹਾ, ਤੂੰ ਕਿਹੋ ਜਿਹਾ ਬੰਦਾ ਹੈ ਜੋ 15 ਸਾਲ ਦੀ ਕੁੜੀ ਵੀ ਕਾਬੂ ਨਹੀਂ ਕਰ ਸਕਦਾ? ਇਸ ਨੇ ਤੈਨੂੰ ਪਿਛਲੇ ਇੱਕ ਹਫ਼ਤੇ ਤੋਂ ਆਪਣੇ ਨੇੜੇ ਨਹੀਂ ਆਉਣ ਦਿੱਤਾ ਤੇ ਤੁਸੀਂ ਅਜੇ ਵੀ ਕੁਝ ਨਹੀਂ ਕੀਤਾ। ਦੀਦੀ ਦੀ ਗੱਲ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਸੀ। ਮੈਂ ਹੈਰਾਨ ਹੋ ਕੇ ਦੀਦੀ ਨੂੰ ਪੁੱਛਿਆ, ਕੀ ਕਹਿ ਰਹੇ ਹੋ? ਦੀਦੀ ਦੇ ਚਿਹਰੇ ਤੇ ਅਜੀਬ ਜਿਹੀ ਮੁਸਕਾਨ ਆ ਗਈ ਅਤੇ ਉਹ ਮੇਰਾ ਹੱਥ ਫੜ ਕੇ ਆਪਣੇ ਕਮਰੇ ਵਿੱਚ ਲੈ ਗਈ। ਮੈਂ ਹੈਰਾਨੀ ਨਾਲ ਦੀਦੀ ਵੱਲ ਦੇਖ ਰਹੀ ਸੀ। ਦੀਦੀ ਨੇ ਮੈਨੂੰ ਆਪਣੇ ਕੋਲ ਬਿਠਾਇਆ ਅਤੇ ਮੇਰੇ ਵਾਲਾਂ ਵਿੱਚ ਹੱਥ ਰੱਖ ਕੇ ਕਿਹਾ, ਰੂਪਾ, ਮੇਰੀ ਗੱਲ ਧਿਆਨ ਨਾਲ ਸੁਣ। ਮੈਂ ਕੈਲਾਸ਼ ਬਾਰੇ ਸਾਰੀ ਸੱਚਾਈ ਜਾਣਦੀ ਹਾਂ, ਪਰ ਕੈਲਾਸ਼ ਤੇਰੇ ਕੋਲੋਂ ਜੋ ਚਾਹੇਗਾ ਤੈਨੂੰ ਕਰਨਾ ਪਵੇਗਾ। ਮੈਂ ਗੁੱਸੇ ਵਿੱਚ ਖੜੀ ਹੋ ਗਈ ਅਤੇ ਆਪਣੀ ਭੈਣ ਨੂੰ ਕਿਹਾ ਕਿ ਤੁਸੀਂ ਕਿਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹੋ? ਕੀ ਤੁਸੀਂ ਜਾਣਦੇ ਹੋ ਕਿ ਤੁਹਾਡਾ ਪਤੀ ਮੇਰੇ ਨਾਲ ਕੀ ਕਰਨਾ ਚਾਹੁੰਦਾ ਹੈ? ਉਹ ਮੈਨੂੰ ਵਰਤਣਾ ਚਾਹੁੰਦਾ ਹੈ, ਮੇਰੇ ਨਾਲ ਗਲਤ ਕਰਨਾ ਚਾਹੁੰਦਾ ਹੈ। ਤੁਸੀਂ ਉਸ ਆਦਮੀ ਨਾਲ ਕਿਵੇਂ ਰਹਿ ਸਕਦੇ ਹੋ ਜੋ ਤੁਹਾਡੇ ਗਰਭਵਤੀ ਹੋਣ ਤੋਂ ਬਾਅਦ ਵੀ ਤੁਹਾਡੀ ਭੈਣ ਤੇ ਨਜ਼ਰ ਰੱਖਦਾ ਹੈ? ਉਹ ਤੁਹਾਨੂੰ ਅਤੇ ਤੁਹਾਡੇ ਬੱਚੇ ਨੂੰ ਆਪਣੀ ਬਾਕੀ ਦੀ ਜ਼ਿੰਦਗੀ ਲਈ ਕੀ ਦੇਵੇਗਾ? ਮੇਰੀ ਗੱਲ ਸੁਣ ਕੇ ਦੀਦੀ ਕਹਿਣ ਲੱਗੀ ਕਿ ਕੈਲਾਸ਼ ਜੋ ਤੇਰੇ ਤੋਂ ਚਾਹੁਣ ਉਹ ਤੈਨੂੰ ਕਰਨਾ ਪਵੇਗਾ, ਨਹੀਂ ਤਾਂ ਉਹ ਕਦੇ ਪਿਤਾ ਨਹੀਂ ਬਣ ਸਕੇਗਾ। ਦੀਦੀ ਦੀ ਗੱਲ ਸੁਣ ਕੇ ਮੈਂ ਕਿਹਾ, ਤੁਸੀਂ ਕੀ ਗੱਲਾਂ ਕਰ ਰਹੇ ਹੋ? ਤੂੰ ਪ੍ਰੈਗਨੈਂਟ ਹੈ ਤੇ ਜੀਜਾ ਪਾਪਾ ਬਣਨ ਵਾਲਾ ਹੈ। ਮੈਨੂੰ ਸੁਣ ਰਿਹਾ ਹੈ? ਭੈਣ ਨੇ ਉੱਚੀ ਉੱਚੀ ਹੱਸਦਿਆਂ ਕਿਹਾ ਕਿ ਨਾ ਤਾਂ ਮੈਂ ਗਰਭਵਤੀ ਹਾਂ ਅਤੇ ਨਾ ਹੀ ਮੈਂ ਕਦੇ ਮਾਂ ਬਣ ਸਕਦੀ ਹਾਂ। ਮੈਨੂੰ ਕੋਈ ਬਿਮਾਰੀ ਅਜਿਹੀ ਲੱਗੀ ਹੈ ਇਸ ਕਾਰਨ ਮੈਂ ਕਦੇ ਵੀ ਮਾਂ ਨਹੀਂ ਸੀ ਬਣ ਸਕਦੀ। ਇਸ ਲਈ ਮੈਂ ਤੈਨੂੰ ਇੱਥੇ ਬੁਲਾਇਆ ਹੈ ਤਾਂ ਜੋ ਤੂੰ ਇੱਥੇ ਆ ਕੇ ਮੈਨੂੰ ਅਤੇ ਕੈਲਾਸ਼ ਨੂੰ ਬੱਚਾ ਦੇ ਸਕੇ। ਕੈਲਾਸ਼ ਕਿਸੇ ਹੋਰ ਦਾ ਬੱਚਾ ਨੂੰ ਗੋਦ ਨਹੀਂ ਲੈਣਾ ਚਾਹੁੰਦਾ ਸੀ, ਉਹ ਆਪਣਾ ਬੱਚਾ ਚਾਹੁੰਦੇ ਸਨ ਅਤੇ ਮੈਨੂੰ ਇਸ ਤੋਂ ਹੋਰ ਕੋਈ ਰਸਤਾ ਸੌਖਾ ਨਹੀਂ ਸੀ ਲੱਭ ਸਕਿਆ। ਮੈਂ ਕਿਸੇ ਵੀ ਔਰਤ ਨੂੰ ਆਪਣੀ ਸੌਕਣ ਨਹੀਂ ਬਣਾਉਣਾ ਚਾਹੁੰਦੀ ਕਿ ਮੈਂ ਇਸ ਕੰਮ ਲਈ ਤੈਨੂੰ ਹੀ ਵਰਤਾਂਗੀ। ਤੂੰ ਕਿਹੜਾ ਮੇਰੀ ਸਕੀ ਭੈਣ ਹੈ? ਮੈਂ ਕੈਲਾਸ਼ ਨੂੰ ਬਹੁਤ ਪਿਆਰ ਕਰਦੀ ਹਾਂ ਅਤੇ ਉਸ ਨੂੰ ਕਿਸੇ ਵੀ ਕੀਮਤ ਤੇ ਛੱਡਣਾ ਨਹੀਂ ਚਾਹੁੰਦੀ। ਇਸ ਲਈ ਮੈਂ ਚਾਹੁੰਦੀ ਹਾਂ ਕਿ ਤੂੰ ਗਰਭਵਤੀ ਹੋਵੇਂ ਅਤੇ ਮੇਰੀ ਅਤੇ ਕੈਲਾਸ਼ ਦੀ ਜ਼ਿੰਦਗੀ ਵਿੱਚ ਬੱਚੇ ਦੀ ਇਸ ਕਮੀ ਨੂੰ ਪੂਰਾ ਕਰ ਸਕੇ। ਹੁਣ ਤੱਕ ਮੈਂ ਆਪਣੇ ਜੀਜੇ ਨੂੰ ਆਪਣਾ ਦੁਸ਼ਮਣ ਸਮਝ ਰਹੀ ਸੀ, ਪਰ ਮੇਰੀ ਭੈਣ ਵੀ ਇਸ ਗੰਦੀ ਖੇਡ ਦਾ ਬਰਾਬਰ ਦੀ ਹਿੱਸੇਦਾਰ ਸੀ। ਮੇਰੀ ਭੈਣ ਨੇ ਆਪਣਾ ਘਰ ਬਚਾਉਣ ਲਈ ਮੇਰੀ ਜ਼ਿੰਦਗੀ ਦਾਅ ਤੇ ਲਗਾ ਦਿੱਤੀ ਸੀ। ਮੈਂ ਆਪਣੀ ਭੈਣ ਅੱਗੇ ਹੱਥ ਜੋੜ ਕੇ ਉਸ ਨੂੰ ਕਿਹਾ, ਮੈਨੂੰ ਘਰ ਵਾਪਸ ਭੇਜ ਦੇ। ਪਰ ਮੇਰੀ ਭੈਣ ਨੇ ਮੇਰੀ ਇੱਕ ਨਾ ਸੁਣੀ ਅਤੇ ਰਾਤ ਨੂੰ ਹਨੇਰੇ ਵਿੱਚ ਮੈਨੂੰ ਆਪਣੇ ਪਤੀ ਦੇ ਬਿਸਤਰੇ ਤੇ ਭੇਜ ਦਿੱਤਾ। ਮੇਰੀ ਭੈਣ ਨੇ ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਸੀ। ਮੈਂ ਅਗਲੇ ਦਿਨ ਆਪਣੀ ਮਾਂ ਨੂੰ ਸਭ ਕੁਝ ਦੱਸਿਆ, ਪਰ ਉਸਨੇ ਕਿਹਾ ਕਿ ਜੇਕਰ ਵਾਪਸ ਆਵੇਗੀ ਤਾਂ ਤੈਨੂੰ ਜਾਨੋਂ ਮਾਰ ਦੇਵਾਂਗੀ। ਇਸ ਖੇਡ ਵਿੱਚ ਦੋਵੇਂ ਮਾਵਾਂ ਧੀਆਂ ਰਲੀਆਂ ਸਨ। ਮੈਂ ਮਜਬੂਰ ਹੋ ਕੇ ਇੱਕ ਛੋਟੀ ਉਮਰ ਵਿੱਚ ਹੀ ਅਣਵਿਆਹੀ ਮਾਂ ਬਣ ਗਈ। ਹਾਂਜੀ ਦੋਸਤੋ, ਇਸ ਕਹਾਣੀ ਬਾਰੇ ਤੁਹਾਡੇ ਕੀ ਵਿਚਾਰ ਨੇ? ਪਲੀਜ਼ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ। ਜੇਕਰ ਤੁਹਾਨੂੰ ਮੇਰੀਆਂ ਵੀਡੀਓ ਵਧੀਆ ਲੱਗ ਰਹੀਆਂ ਹਨ ਤਾਂ ਪਲੀਜ਼ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ। ਅਜੇ ਤੱਕ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤਾਂ ਪਲੀਜ਼ ਕਰ ਲਓ, ਤਾਂ ਕਿ ਜਦੋਂ ਵੀ ਮੈਂ ਕੋਈ ਨਵੀਂ ਵੀਡੀਓ ਲੈ ਕੇ ਆਵਾਂ ਸਭ ਤੋਂ ਪਹਿਲਾਂ ਕਹਾਣੀ ਤੁਹਾਨੂੰ ਸੁਣਨ ਨੂੰ ਮਿਲੇ। ਮਿਲਾਂਗੇ ਜੀ ਕੱਲ੍ਹ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ। ਤਦ ਤੱਕ ਲਈ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।